ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸਜੀ ਹੋਈ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ, ਰਸਨਾ ਨੂੰ ਕਰੀਏ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ 10ਵੇਂ ਪਾਤਸ਼ਾਹ ਜੀ ਦੀ ਸਭ ਤੋਂ ਪੁਰਾਤਨ ਲਿਖਤੀ ਖਰੜੇ ਅਨੁਸਾਰ ਮੁਕੰਮਲ 100 ਸਾਖੀ ਵਿੱਚੋਂ 45ਵੀਂ ਸਾਖੀ ਸਰਵਣ ਕਰਾਂਗੇ, ਜਿਸ ਦੇ ਵਿੱਚ ਮੈਂ ਪਹਿਲਾਂ ਹੀ ਦੱਸ ਦਿਆਂ ਨਰਕਾਂ ਤੇ ਸਵਰਗਾਂ ਦਾ ਜ਼ਿਕਰ ਆ। ਕੁਝ ਲੋਕ ਮੰਨਦੇ ਆ ਨਰਕ ਸਵਰਗ ਹੁੰਦੇ ਆ, ਕਈ ਕਹਿੰਦੇ ਨਹੀਂ ਜੀ ਆ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ, ਇੱਥੇ ਹੀ ਸਾਰਾ ਕੁਝ ਜੋ ਹੈ ਇੱਥੇ ਹੀ ਹੋ ਜਾਣਾ, ਅੱਗੇ ਕੀ ਆ, ਕੁਝ ਵੀ ਨਹੀਂ। ਤਾਂ ਗੁਰੂ ਸਾਹਿਬ ਜੀ ਦੀ ਬਾਣੀ ਤਾਂ ਮੰਨਦੀ ਆ। ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿੰਦੇ ਲੇਖਾ ਰੱਬ ਮੰਗੇਸੀ ਆ ਬੈਠਾ ਕੱਢ ਵਹੀ, ਧਰਮ ਰਾਏ ਜਬ ਲੇਖਾ ਮੰਗਿਆ ਕਿਆ ਮੁਖ ਲੈ ਕੇ ਜਾਹੇਗਾ। ਉਹ ਫਿਰ ਲੋਕ ਜਿਹੜੇ ਆ ਕਹਿੰਦੇ ਨਹੀਂ ਜੀ ਇੱਦਾਂ ਤਾਂ ਕੁਝ ਹੁੰਦਾ ਹੀ ਨਹੀਂ। ਤਾਂ ਆਪਾਂ ਅੱਜ ਉਹੀ ਵਿਚਾਰ ਕਰਨੀ ਆ। ਕੁਝ ਲੋਕ ਜਿਹੜੇ ਨਹੀਂ ਮੰਨਦੇ, ਸਾਡਾ ਕੰਮ ਉਹਨਾਂ ਨੂੰ ਮਨਾਉਣਾ ਨਹੀਂ ਹੈਗਾ ਵੀ ਆਪਾਂ ਧੱਕੇ ਨਾ ਮਨਾਉਣਾ ਵੀ ਹਾਂ ਹੁੰਦਾ ਹੀ ਆ ਨਰਕ ਸਵਰਗ। ਅਸੀਂ ਕਾਹਤੋਂ ਇੱਦਾਂ ਮਨਾਉਣਾ? ਅਸੀਂ ਤਾਂ ਜੋ ਸਾਡੇ ਪੁਰਾਤਨ ਗ੍ਰੰਥ ਕਹਿੰਦੇ ਆ ਉਹਦੀ ਵਿਚਾਰ ਲੈ ਕੇ ਆਏ ਆ, ਕਿਉਂਕਿ ਇਹ ਮੰਨਣਾ ਨਾ ਮੰਨਣਾ ਇਹ ਤੁਹਾਡੀ ਇੱਛਾ ਵਾ, ਖੁਦ ਹੀ ਤੁਹਾਡੀ। ਮਹਾਰਾਜ ਨੇ ਤੁਹਾਨੂੰ ਜੋ ਦਿਮਾਗ ਦਿੱਤਾ ਉਹ ਤੁਸੀਂ ਵਰਤ ਸਕਦੇ ਹੋ ਵੀ ਅੱਗੇ ਹੁੰਦਾ ਜਾਂ ਨਹੀਂ ਹੁੰਦਾ। ਤਾਂ ਇਹ ਆਓ ਜੀ ਆਪਾਂ ਗੁਰੂ ਸਾਹਿਬ ਤੇ ਯਕੀਨ ਬਣਾ ਕੇ, ਭਰੋਸਾ ਬਣਾ ਕੇ, ਸ਼ਰਧਾ ਰੱਖ ਕੇ ਕਥਾ ਸਰਵਣ ਕਰੀਏ। ਇਹ 45ਵੀਂ ਸਾਖੀ ਆ, ਅੱਗੇ ਸਾਖੀ 45ਵੀਂ ਚੱਲੀ। ਇਹ ਇਸ ਗ੍ਰੰਥ ਦੀ ਭਾਸ਼ਾ ਥੋੜੀ ਇੱਦਾਂ ਵਾ, ਪਰ ਉਹਨੂੰ ਮੈਂ ਗੁਰਮੁਖੀ ਵਿੱਚ ਹੀ ਆਪ ਜੀ ਨੂੰ ਸਰਵਣ ਕਰਵਾਊਂਗਾ। ਮਹਾਰਾਜ ਕਲਗੀਧਰ ਜੀ ਨੇ ਬਹੁਤ ਹੀ ਸੁੰਦਰ ਦੀਵਾਨ ਸਜਾਇਆ ਹੋਇਆ ਸੀ, ਜਿਸ ਦੇ ਵਿੱਚ ਮਹਾਰਾਜ ਜੀ ਕੋਲ 2 ਸਿੱਖ ਆਏ ਆ, ਹੱਥ ਜੋੜੇ ਆ, ਗਲ ਦੇ ਵਿੱਚ ਪੱਲਾ ਪਾਇਆ, ਲੱਗੇ ਬੇਨਤੀ ਕਰਨ, ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਆ ਮਨ ਨਹੀਂ ਟਿਕਦਾ, ਬੀਤੇ ਸਮੇਂ ਦੀਆਂ ਯਾਦਾਂ ਆਉਂਦੀਆਂ। ਹੱਥ ਵਿੱਚ ਗੁਟਕਾ ਸਾਹਿਬ ਹੁੰਦਾ, ਮਾਲਾ ਹੁੰਦੀ ਆ, ਆਉਣ ਵਾਲੇ ਸਮੇਂ ਦੀ ਚਿੰਤਾ ਵੱਢ ਕੇ ਖਾਂਦੀ ਆ। ਮਹਾਰਾਜ ਸੰਸਾਰ ਦੇ ਭੋਗ ਪਦਾਰਥ ਬਹੁਤ ਔਖੇ ਆ, ਬਹੁਤ ਕਠਿਨ ਆ। ਮਹਾਰਾਜ ਇਹ ਭਜਨ ਬੰਦਗੀ ਹੋਣ ਹੀ ਨਹੀਂ ਦਿੰਦੇ। ਅੱਗੇ ਦੀ ਕੋਈ ਖਬਰ ਦੱਸੋ ਜੀ। ਮਹਾਰਾਜ ਜੀ ਦੱਸੋ ਜੀ ਅੱਗੇ ਕੀ ਹੁੰਦਾ। ਜਿਹੜੇ ਲੋਕ ਨਾਮ ਨਹੀਂ ਜਪਦੇ, ਜਿਹੜੇ ਜਪਦੇ ਆ ਉਹਨਾਂ ਨਾਲ ਕੀ ਵਾਪਰਦੀ ਆ, ਜਿਹੜੇ ਨਹੀਂ ਜਪਦੇ ਉਹਨਾਂ ਦਾ ਕੀ ਹਾਲ ਹੁੰਦਾ। ਕਿਰਪਾ ਕਰੋ ਜੀ। ਕੀ ਪਤਾ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦਾ ਹਾਲ ਸੁਣ ਕੇ ਅਸੀਂ ਨਾਮ ਜਪਣੀ ਲੱਗ ਜਾਈਏ। ਤਾਂ ਉੱਥੇ ਮਹਾਰਾਜ ਨੇ ਫਿਰ ਗਿਆਨ ਦਿੱਤਾ ਜੀ। ਆਏ ਹੋਏ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਪਰਮੇਸ਼ਵਰ ਦੀ ਜਿਹੜੀ ਪੁਰੀ ਆ ਉਹ 'ਚ ਨਰਕ ਸੁਰਗ ਕਿਹੜੇ ਪਾਸੇ ਆ? ਗੁਰੂ ਮਹਾਰਾਜ ਸਾਡੇ ਪਰਮ ਪਿਤਾ ਹਨ। ਪੁੱਤਰ ਕੋਈ ਸਵਾਲ ਪੁੱਛੇ, ਪਿਤਾ ਦਾ ਫਰਜ਼ ਹੁੰਦਾ ਦਾ ਜਵਾਬ ਦੇਣਾ, ਸਮਝਾਉਣਾ। ਤੇ ਮਹਾਰਾਜ ਤਾਂ ਕਲਗੀਧਰ ਜੀ ਖਾਲਸੇ ਦੇ ਪਿਤਾ ਜੀ ਹਨ। ਉਹਨਾਂ ਨੇ ਫਿਰ ਬੜੇ ਪ੍ਰੇਮ ਨਾਲ ਦੱਸਿਆ। ਮਹਾਰਾਜ ਜੀ ਕਹਿਣ ਲੱਗੇ ਸਿੱਖੋ ਦੇਖੋ, ਕਿਉਂਕਿ ਕੋਈ ਨਾ ਜਗ੍ਹਾ ਜਿਹੜੀ ਕਿਤੇ ਨਾ ਕਿਤੇ ਤਾਂ ਬਣਨੀ ਹੁੰਦੀ ਆ ਨਾ ਪੁਰੀਆਂ ਵਿੱਚ, ਤਾਂ ਉਹਦਾ ਅਸੀਂ ਅਨੁਮਾਨ ਜਿਹੜਾ ਲਾਉਨੇ ਆ ਉਹ ਦੱਖਣ ਦੇ ਵਿੱਚ ਆ। ਮਹਾਰਾਜ ਨੇ ਆਖਿਆ ਉਹ ਨਰਕ ਜਿਹੜਾ ਹੈ ਉਹਦਾ ਜਿਹੜਾ ਦਿਸ਼ਾ ਵਾ ਉਹ ਦੱਖਣ ਆ। ਜਿਹੜੀ ਪਰਮਾਤਮਾ ਦੀ ਪਰਮੇਸ਼ਵਰ ਦੀ ਪੁਰੀ ਆ ਉਹ 'ਚ ਦੱਖਣ ਦੇ ਵਿੱਚ ਨਰਕ ਬਣਿਆ ਹੋਇਆ, ਤੇ ਸਵਰਗ ਜਿਹੜਾ ਉਦੋਂ ਅੱਗੇ ਜਾ ਕੇ ਬਣੀ ਹੋਈ ਆ। ਤਾਂ ਇੱਥੇ ਜਦੋਂ ਬਾਣੀ ਵਿੱਚ ਪੰਗਤੀਆਂ ਆਉਂਦੀਆਂ ਲੇਖਾ ਰੱਬ ਮੰਗੇਸੀ ਆ ਬੈਠਾ ਕੱਢ ਵਹੀ, ਅਸੀਂ ਉਦੋਂ ਡਰ ਜਾਂਦੇ ਆ, ਅਸੀਂ ਮੰਨਦੇ ਨਹੀਂ। ਅਸੀਂ ਕਹਿੰਦੇ ਨਹੀਂ ਇੱਦਾਂ ਨਹੀਂ ਹੋ ਸਕਦਾ। ਹਾਲਾਂਕਿ ਇਹ ਪੰਗਤੀ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਆਪ ਜੀ ਨੂੰ ਸਰਵਣ ਕਰਵਾ ਰਿਹਾ। ਕਥਾ ਭਾਵੇਂ ਅਸੀਂ 100 ਸਾਖੀ ਦੀ ਕਰ ਰਹੇ ਹਾਂ, ਪਰ ਇਹ ਜਿਹੜੀ ਆ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ। ਜਦੋਂ ਧਰਮ ਰਾਜ ਚਿਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢੱਕ ਹੈ। ਧਰਮ ਰਾਜ ਤੇ ਚਿਤਰ ਗੁਪਤ ਜਦੋਂ ਲੇਖਾ ਮੰਗਦੇ ਆ ਉਸ ਵੇਲੇ ਬਹੁਤ ਬੰਦਾ ਉਹਦੇ ਤੇ ਜਿੰਮਾ ਨਿਕਲਦਾ, ਬਕਾਇਆ ਨਿਕਲਦਾ ਵੀ ਤੂੰ ਤਾਂ ਜਪਿਆ ਹੀ ਨਹੀਂ। ਧਰਮ ਰਾਏ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢੱਕ ਹੈ। ਤਾਂ ਗੁਰਮੁਖ ਪਿਆਰਿਓ ਅਸੀਂ ਇਹ ਕਹਿ ਦਿੰਦੇ ਆ ਕਿ ਨਹੀਂ ਇਹ ਗੱਲਾਂ ਇੱਦਾਂ ਹੁੰਦੀਆਂ ਹੀ ਨਹੀਂ, ਕਿਉਂਕਿ ਸਾਡੀ ਭਜਨ ਬੰਦਗੀ ਨਹੀਂ ਹੁੰਦੀ। ਸਾਨੂੰ ਡਰ ਲੱਗਦਾ ਵੀ ਹਾਂ ਜੇ ਸੱਚੀ ਮੁੱਚੀ ਇਹ ਹੋਈਆਂ ਫਿਰ ਕੀ ਕਰਾਂਗੇ। ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢੱਕ ਹੈ। ਭਾਈ ਜਦੋਂ ਚਿੱਤਰ ਗੁਪਤ ਤੇਰੇ ਕੋਲੋਂ ਹਿਸਾਬ ਕਿਤਾਬ ਮੰਗੂਗਾ ਉਦੋਂ ਤੇਰੇ ਪੜਦੇ ਕੌਣ ਕੱਜੂਗਾ। ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਆ। ਜੇ ਤੁਸੀਂ ਪੜ੍ਹਨੀ ਹੋਵੇ 616 ਅੰਗ ਤੇ ਸ਼ਬਦ ਹੈ। ਦੇ ਕਬਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕੈ,
ਦਰਵਾਜ਼ੇ ਬੰਦ ਕਰਕੇ ਬੰਦਿਆ ਤੂੰ ਪਰਾਈਆਂ ਇਸਤਰੀਆਂ ਨਾਲ ਭੋਗ ਕਰਦਾ। ਪਰਾਈ ਇਸਤਰੀ ਦੇ ਵਿੱਚ ਜਾਂ ਪਰਾਈ ਇਸਤਰੀ ਪਰਾਈ ਮਰਦ ਦੇ ਨਾਲ ਲੱਗੀ ਹੋਈ ਹੈ, ਦਰਵਾਜ਼ੇ ਬੰਦ ਕਰ ਕਰਕੇ ਨਜਾਇਜ਼ ਸੰਬੰਧ ਆ। ਜਦੋਂ ਚਿੱਤਰਗੁਪਤ ਲੇਖਾ ਮੰਗੂਗਾ ਤੇਰਾ ਪੜਦਾ ਕੌਣ ਢਕੂਗਾ? ਜਿਹੜੇ ਕੰਮ ਤੂੰ ਦਰਵਾਜ਼ੇ ਭੇੜ ਭੇੜ ਕੇ ਬੂਹੇ ਮਾਰ ਕੇ ਕਰਦਾ ਰਿਹਾ, ਤਾਂ ਅਸੀਂ ਉਹ ਲੋਕਾਂ ਵੀ ਜਿਹੜੇ ਮਾੜੇ ਕਰਮ ਕਰਦੇ ਹਾਂ। ਆਪਾਂ ਕਹਿੰਦੇ ਕੋਈ ਨਰਕ ਸਵਰਗ ਨਹੀਂ ਹੁੰਦਾ, ਆਪਾਂ ਕਹਿੰਦੇ ਕੋਈ ਚੀਜ਼ ਨਹੀਂ ਹੁੰਦੀ, ਕਿਉਂਕਿ ਅਸੀਂ ਕਰਨਾ ਚਾਹੁੰਦੇ ਮਾੜਾ। ਹੁਣ ਭਗਤ ਜਿਹੜੇ ਆ ਉਹ ਇਹਨਾਂ ਗੱਲਾਂ ਨੂੰ ਮੰਨਦੇ ਆ। ਭਗਤਾਂ ਦੀ ਬਾਣੀ ਵਿੱਚ ਵੀ ਇਹ ਜ਼ਿਕਰ ਆਉਂਦਾ ਸਾਰੀਆਂ ਦੀ, ਤੇ ਪਰ ਉਹ ਕਹਿੰਦੇ ਆ ਵੀ ਇਹ ਚੀਜ਼ਾਂ ਜਿਨ੍ਹਾਂ ਨੇ ਨਾਮ ਜਪ ਲਿਆ ਉਹ ਨਰਕ ਸਵਰਗ ਤੋਂ ਵੀ ਅੱਗੇ ਸੱਚਖੰਡ ਜਾਂਦੇ ਆ। ਇਸ ਕਰਕੇ ਨਾ ਤਾਂ ਭਗਤ ਨੂੰ ਨਰਕ ਦੀ ਚਿੰਤਾ, ਨਾ ਸਵਰਗਾਂ ਦਾ ਕੋਈ ਲਾਲਚ ਆ, ਉਹ ਤਾਂ ਸੱਚਖੰਡ ਜਾਂਦੇ ਆ। ਸੰਤਨ ਦੋ ਇਰਾਦੇ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਗੱਲ ਕੀਤੀ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਾਰੇ ਪਾਸੇ ਪ੍ਰਮਾਤਮਾ ਦਾ ਵਾਸ ਹੀ ਆ, ਪਰ ਨਰਕਾਂ ਦੀ ਇੱਕ ਜਗ੍ਹਾ ਹੈ ਬੈਕੁੰਠਪੁਰੀ, ਉਦੋਂ ਅੱਗੇ ਆ। ਸਵਰਗ ਜਿਹੜੇ ਆ ਉਹ ਹੋਰ ਪਾਸੇ ਆ, ਦੱਖਣ ਦੇ ਵਿੱਚ ਨਰਕ ਆ, ਤੇ ਬੈਕੁੰਠਪੁਰੀ ਜਿਹੜੀ ਅੱਗੇ ਆ, ਤੇ ਜਿੱਥੇ ਜੀਵ ਜਿਹੜੇ ਆ ਬੰਦਗੀ ਵਾਲੇ ਰਹਿੰਦੇ ਆ। ਸਵਰਗ ਵਿਹਲੇ ਪਏ ਆ ਕਿਉਂਕਿ ਲੋਕ ਜਿਹੜੇ ਆ ਉੱਥੇ ਜਾਂਦੇ ਹੀ ਨਹੀਂ, ਨਰਕ ਭਰੇ ਪਏ ਆ। ਮਹਾਰਾਜ ਨੇ ਬਚਨ ਕੀਤੇ ਆਏ ਸਿੱਖਾਂ ਨੂੰ। ਚਿੱਤਰਗੁਪਤ ਤੇ ਧਰਮ ਰਾਏ ਜਿਹੜੇ ਹਨ ਉਹਨਾਂ ਨੂੰ ਅਕਾਲ ਪੁਰਖ ਦੀ ਆਗਿਆ ਵਾ। ਧਰਮ ਰਾਏ ਹੈ ਹਰ ਕਾ ਕੀਆ। ਧਰਮ ਰਾਜ ਕੀ ਆ, ਉਹਦੀ ਮਰਜ਼ੀ ਨਾਲ ਕੰਮ ਥੋੜ੍ਹੀ ਕਰ ਲੂਗਾ, ਉਹਦੇ ਵਿੱਚ ਇੰਨੀ ਹਿੰਮਤ ਨਹੀਂ, ਕਿਉਂਕਿ ਸਾਰੀਆਂ ਚੀਜ਼ਾਂ ਹੁਕਮ ਦੇ ਵਿੱਚ ਹੀ ਚੱਲਦੀਆਂ। ਧਰਮ ਰਾਏ ਹੈ ਹਰ ਕਾ ਕੀਆ। ਧਰਮ ਰਾਜ ਜਿਹੜਾ ਵਾ ਉਹ ਹਰੀ ਦਾ ਕੀਤਾ ਹੋਇਆ, ਹਰੀ ਦਾ ਬਣਾਇਆ ਹੋਇਆ, ਤੇ ਉਹ ਰੱਬ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਝੱਖ ਝੱਖ ਆਵੇ ਜਾਵੇ। ਇਹ ਗੁਰੂ ਰਾਮਦਾਸ ਜੀ ਦਾ ਵਚਨ ਆ। ਜਿਹੜਾ ਵਾਹਿਗੁਰੂ ਦਾ ਲਾਡਲਾ ਉਹ ਸਾਰਿਆਂ ਦੇ ਲਾਡਲਾ। ਹੋਰ ਬਥੇਰੇ ਆਉਂਦੇ ਆ, ਬਥੇਰੀ ਦੁਨੀਆ ਜਾਂਦੀ ਆ, ਪਰ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਤਾਂ ਇਹ ਚੀਜ਼ਾਂ ਤੇ ਅਸੀਂ ਯਕੀਨ ਨਹੀਂ ਕਰਦੇ। ਫਿਰ ਉਹ ਸਿੱਖਾਂ ਨੇ ਕਿਹਾ ਮਹਾਰਾਜ ਇਹ ਚਿੱਤਰਗੁਪਤ ਹੁੰਦੇ ਆ, ਧਰਮ ਰਾਜ ਹੁੰਦਾ। ਤੇ ਮਹਾਰਾਜ ਕਹਿੰਦੇ ਜੇ ਬਾਣੀ 'ਚ ਲਿਖਿਆ, ਗੁਰੂ ਰਾਮਦਾਸ ਜੀ ਨੇ ਕਹਿਤਾ ਤੇ ਹੁੰਦਾ ਹੀ ਆ। ਗੁਰੂ ਨੇ ਕਹਿਤਾ ਨਾ, ਉਹ ਗੱਲ ਹੋ ਗਈ। ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣਾ ਜੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਨਾ, ਗੁਰੂ ਮਹਾਰਾਜ ਦਿਨੇ ਰਾਤ ਨੂੰ ਕਹਿਣਾ ਦਿਨ, ਉਹਨਾਂ ਨੇ ਕਹਿਣਾ ਹਾਂ ਮਹਾਰਾਜ, ਰਾਤ ਨੂੰ ਕਹਿਣਾ ਧੁੱਪ ਨਿਕਲੀ ਹੋਈ ਹੈ। ਭਾਈ ਲਹਿਣਾ ਜੀ ਨੇ ਕਹਿਣਾ ਬਾਬਾ ਨਾਨਕ ਜੀ ਵਾਕਈ ਖੂਬ ਧੁੱਪ ਨਿਕਲੀ ਹੋਈ ਹੈ। ਬਾਬਾ ਸ਼੍ਰੀ ਚੰਦ ਜੀ ਨੇ ਕਹਿਣਾ ਕਿਹੜੀ ਧੁੱਪ ਆ, ਕੋਈ ਧੁੱਪ ਨਹੀਂ। ਬਾਬਾ ਲਖਮੀ ਦਾਸ ਜੀ ਨੇ ਕਹਿਣਾ ਕਿਹੜੀ ਧੁੱਪ ਆ, ਤੇ ਇਹ ਤਾਂ ਰਾਤ ਆ, ਅੱਧੀ ਰਾਤ ਹੋਈ ਪਈ ਹੈ। ਤਾਂ ਇਹ ਭਰੋਸਾ ਹੁੰਦਾ ਇੱਕ ਗੁਰੂ ਦੇ ਬਚਨਾਂ ਤੇ, ਭਾਵ ਆਪਣੀਆਂ ਅੱਖਾਂ ਨਾਲੋਂ ਵੱਧ ਯਕੀਨ ਕਰਨਾ ਗੁਰੂ ਦੇ ਬਚਨਾਂ ਤੇ। ਫੇਰ ਗੱਦੀ ਭਾਈ ਲਹਿਣਾ ਜੀ ਵਰਗਿਆਂ ਨੂੰ ਮਿਲਦੀ ਆ, ਤੇ ਉਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਣ ਜਾਂਦੇ। ਤਾਂ ਨਹੀਂ ਤਾਂ ਫਿਰ ਬੰਦਾ ਉੱਥੇ ਦਾ ਉੱਥੇ ਹੀ ਰਹਿੰਦਾ। ਗੱਲ ਤਾਂ ਯਕੀਨ ਦੀ ਆ, ਭਰੋਸੇ ਦੀ ਆ। ਗੁਰਮੁਖ ਪਿਆਰੋ, ਚਿੱਤਰਗੁਪਤ ਤੇ ਧਰਮ ਰਾਏ ਇਹ ਹੁੰਦੇ ਆ, ਆਪਾਂ ਨਹੀਂ ਮੰਨਦੇ। ਤਾਂ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਸਮਝਾਇਆ ਵੀ ਉਹ ਬੰਦੇ ਦਾ ਲੇਖਾ ਜੋਖਾ ਕਰਦੇ ਆ, ਉਹਨਾਂ ਦੀ ਡਿਊਟੀ ਇੱਧਰ ਹੀ ਲੱਗੀ ਆ। ਚਿੱਤਰਗੁਪਤ ਕੋਈ ਕਹਿੰਦਾ ਸੀਗਾ ਵੀ ਸੱਜੇ ਮੋਢੇ ਤੇ ਬੈਠਾ, ਚਿੱਤਰਗੁਪਤ ਖੱਬੇ ਮੋਢੇ ਤੇ ਬੈਠਾ, ਇੱਕ ਚੰਗੇ ਕਰਮ ਲਿਖਦਾ, ਇੱਕ ਮਾੜੇ ਕਰਮ ਲਿਖਦਾ। ਅਸਲ ਵਿੱਚ ਜੇ ਡੂੰਘਾਈ ਵਿੱਚ ਜਾ ਕੇ ਦੇਖੀਏ, ਇੱਦਾਂ ਦੀ ਵੀ ਕੋਈ ਗੱਲ ਨਹੀਂ। ਬੰਦੇ ਦੇ ਜਿਹੜੇ ਕੰਮ ਆ ਗੁਪਤ ਕੀਤੇ ਹੋਏ ਆ, ਲੁਕੋ ਕੇ ਕੀਤੇ ਹੋਏ ਆ, ਉਹ ਚਿੱਤਰਗੁਪਤ ਉਹ ਪੜ੍ਹੇ ਜਾਂਦੇ ਆ ਧਰਮ ਰਾਜ ਦੇ ਦਰਬਾਰ ਵਿੱਚ, ਪਰਮਾਤਮਾ ਦੀ ਦਰਗਾਹ ਦੇ ਵਿੱਚ। ਇਹ ਵੀ ਇਹਦੇ ਅਰਥ ਆ ਵੀ ਜਿਹੜੀਆਂ ਚੀਜ਼ਾਂ ਲੁਕੋ ਕੇ ਕੀਤੀਆਂ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛਪਾਵੇ। ਚੋਰ ਆਉਂਦਾ ਚੋਰੀ ਕਰਨ ਲਈ, ਮੰਦਿਰ ਦਾ ਦਰਵਾਜ਼ਾ ਭੰਨਦਾ, ਅੱਗਾ ਦੇਖ ਲਿਆ, ਪਿੱਛਾ ਵੇਖ ਲਿਆ, ਚਾਰੇ ਪਾਸੇ ਦੇਖ ਲਏ, ਨਿਗਾਹ ਮਾਰ ਲਈ, ਪਰ ਉਹਦੇ ਵਿੱਚ ਜੋ ਉਹਨੇ ਕੀਤਾ ਉਹ ਉਹਨੂੰ ਪਤਾ, ਰੱਬ ਨੂੰ ਪਤਾ, ਹੋਰ ਨਹੀਂ ਉਹਨੇ ਪਤਾ ਲੱਗਣ ਦਿੱਤਾ। ਹੁਣ ਉਹਦਾ ਚਿੱਤਰਗੁਪਤ, ਉਹ ਤਸਵੀਰ, ਉਹ ਛੁਪੀ ਜਿਹੜੀ ਲੁਕੋਈ ਆ ਉਹਨੇ, ਉਹ ਪੜ੍ਹੀ ਜਾਊਗੀ, ਜ਼ਾਹਰ ਹੋ ਜੂ ਰੱਬ ਦੇ ਦਰਬਾਰ ਵਿੱਚ। ਕਦੋਂ? ਜਦੋਂ ਲੇਖਾ ਰੱਬ ਮੰਗੇਸੀ ਆ ਬੈਠਾ ਕੱਢ ਵਹੀ। ਇਵੇਂ ਨਾ ਮਹਾਰਾਜ ਜੀ ਫਿਰ ਆਏ ਸਿੱਖਾਂ ਨੂੰ ਕਹਿਣ ਲੱਗੇ, ਭਾਈ ਜਿਹੜਾ ਬੰਦਾ ਬੰਦਗੀ ਕਰਦਾ ਉਹਨੂੰ ਇਹ ਸਤਿਕਾਰ ਦਿੰਦੇ ਆ ਧਰਮ ਰਾਜ ਹੁਣੀ, ਉੱਠ ਕੇ ਖੜੇ ਹੋ ਜਾਂਦੇ ਆ। ਜਿਵੇਂ ਮੰਤਰੀ ਆਉਂਦਾ, ਪ੍ਰਿੰਸੀਪਲ ਆਉਂਦਾ, ਬੱਚੇ ਉੱਠ ਕੇ ਖੜੇ ਨਹੀਂ ਹੋ ਜਾਂਦੇ।
ਭਗਤਾਂ ਦਾ ਸਤਿਕਾਰ ਦਰਗਾਹ ਵਿੱਚ ਇਉਂ ਹੁੰਦਾ ਦਰਗਾਹ ਵਿੱਚ। ਆਓ ਬੈਠ ਆਦਰ ਸੁਭ ਦਿਓ ਊਨ ਨ ਕਤਹੂ ਬਾਤਾ, ਭਗਤ ਸਿਰ ਪਾਓ ਦਿਓ ਪ੍ਰਭ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ। ਇਹਨਾਂ ਨੂੰ ਆਓ ਬੈਠ ਬਹੁਤ ਸਨਮਾਨ ਮਿਲਦਾ ਤੇ ਮਹਾਰਾਜ ਜੀ ਨੇ ਬਹੁਤ ਕਿਰਪਾ ਕਰ ਦਿੱਤੀ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ ਸਵਰਗ ਖਾਲੀ ਪਏ ਆ। ਫਿਰ ਕਹਿਣ ਲੱਗੇ ਪ੍ਰਮਾਤਮਾ ਨੇ ਸਾਡੀ ਡਿਊਟੀ ਲਾਈ ਹੈ ਕਿ ਤੁਸੀਂ ਦੁਨੀਆ ਤੇ ਮਾਤ ਲੋਕ ਤੇ ਜਾਓ, ਲੋਕਾਂ ਨੂੰ ਬਾਣੀ ਨਾਲ ਜੋੜੋ, ਉਹ ਚੰਗੇ ਕਰਮ ਕਰਨਗੇ ਤੇ ਵਿਹਲੇ ਪਏ ਹੋਏ ਸਵਰਗ ਸੱਚਖੰਡ ਭਾਉ ਭਗਤੀ ਵਾਲੇ ਪੈਦਾ ਹੋਣਗੇ ਤੇ ਇਹ ਖਾਲੀ ਸਵਰਗ ਭਰੇ ਜਾਣਗੇ। ਨਾਮ ਦੀ ਕਮਾਈ ਵਾਲੇ ਆਉਣਗੇ ਨਾ, ਹੁਣ ਸਾਰੇ ਉਲਟੀ ਵਾੜ ਖੇਤ ਕੋ ਖਾਈ, ਰਾਜੇ ਪਾਪ ਕਮਾਮਦੇ। ਤੇ ਮਹਾਰਾਜ ਕਹਿੰਦੇ ਭਾਈ ਅਸੀਂ ਇਹ 10 ਅਵਤਾਰ ਇਸ ਕਰਕੇ ਹੀ ਧਾਰਨ ਕੀਤੇ ਆ। ਗਲਾਨੀ ਬਹੁਤ ਹੋਈ ਪਈ ਆ, ਲੋਕ ਇੱਕ ਦੂਜੇ ਦਾ ਮਾੜਾ ਕਰੀ ਜਾਂਦੇ ਆ, ਲੋਕ ਭਰਾ ਨੂੰ ਕਤਲ ਕਰੀ ਜਾਂਦਾ, ਜ਼ਮੀਨਾਂ ਪਿੱਛੇ ਕਤਲ ਹੋਈ ਜਾਂਦੇ। ਮਹਾਰਾਜ ਕਹਿੰਦੇ ਭਾਈ ਤੁਸੀਂ ਬਾਣੀ ਪੜ੍ਹੋ, ਰਹਿਤ ਰੱਖੋ। ਗੁਰੂ ਸਾਹਿਬ ਜੀ ਨੇ ਆਏ ਹੋਏ ਸਿੱਖਾਂ ਨੂੰ ਕਿਹਾ ਸਰਬ ਸੁਖ ਭੋਗੋ। ਸਿੱਖਾਂ ਨੇ ਪੁੱਛਿਆ ਗੁਰੂ ਮਹਾਰਾਜ ਜੀ ਬਾਣੀ ਪੜ੍ਹਦੇ ਆ ਪਰ ਕਈ ਵਾਰ ਮਨ ਨਹੀਂ ਖੜਦਾ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੁਸੀਂ ਅੱਧਾ ਘੰਟਾ 15 ਮਿੰਟ 10 ਮਿੰਟ ਬਾਣੀ ਪੜ੍ਹਦੇ ਹੋ, ਗੁਰਦੁਆਰਾ ਸਾਹਿਬ ਆਉਂਦੇ ਹੋ ਅਨੰਦਪੁਰ ਸਾਹਿਬ, ਤਾਂ ਉਦੋਂ ਭਾਵੇਂ ਮਨ ਟਿਕਦਾ ਨਹੀਂ ਟਿਕਦਾ, ਇੰਨਾ ਕੁ ਖਿਆਲ ਰੱਖੋ ਵੀ ਕੰਨਾਂ ਨੇ ਅੱਧਾ ਘੰਟਾ ਚੰਗਾ ਹੀ ਸੁਣਿਆ, ਮਾੜਾ ਤਾਂ ਨਹੀਂ ਨਾ ਸੁਣਿਆ। ਇਹ ਗੱਲ ਬਾਅਦ ਵਿੱਚ ਆ ਵੀ ਤੁਹਾਨੂੰ ਅਰਥ ਨਹੀਂ ਆਏ, ਤੁਹਾਡਾ ਮਨ ਨਹੀਂ ਟਿਕਿਆ। ਕਮ ਸੇ ਕਮ ਅੱਧਾ ਘੰਟਾ ਕੰਨਾਂ ਨੇ ਚੰਗੀ ਗੱਲ ਤਾਂ ਸੁਣ ਲਈ ਨਾ, ਮਾੜਾ ਤਾਂ ਨਹੀਂ ਨਾ ਕੁਝ ਸੁਣੇ। ਤਾਂ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਭਾਈ ਉਹਨਾਂ ਨੂੰ ਬਚਨ ਕੀਤੇ ਸੀਗੇ ਤੇ ਆਖਿਆ ਸੀ ਰਹਿਤ ਮਰਿਆਦਾ ਵਿੱਚ ਰਹੋ, ਸਰਬ ਸੁੱਖ ਭੋਗੋ। ਸਰਬ ਸੁੱਖ ਹੁੰਦਾ ਵੀ ਤਨ ਦੇ ਵੀ ਸੁੱਖ, ਮਨ ਦੇ ਵੀ ਸੁੱਖ, ਧਨ ਦੇ ਵੀ ਸੁੱਖ। ਫਿਰ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਹੋਰ ਵੀ ਕਈ ਸਵਾਲ ਪੁੱਛੇ। ਫਿਰ ਕੁਝ ਸਿੱਖਾਂ ਨੇ ਇੱਦਾਂ ਪੁੱਛਿਆ ਮਹਾਰਾਜ ਗੁਰੂ ਜੀ ਸਾਡੇ ਪਿੰਡ ਜਦੋਂ ਕੋਈ ਵੀ ਇਸਤਰੀ ਦੇਹ ਤਿਆਗਦੀ ਆ ਜਾਂ ਫਿਰ ਮਰਨ ਕਿਨਾਰੇ ਹੁੰਦੀ ਆ, ਕਾਜੀ ਪਾਸੋਂ ਫਿਰ ਕੀ ਹੁੰਦਾ ਵਾ, ਲੋਹੇ ਦੀ ਕਿੱਲ ਮਾਰ ਕੇ ਤੇ ਆਖਦੇ ਆ ਵੀ ਇਹਦੀ ਜਾਨ ਕੀਲ ਲੈਂਦੇ ਆ। ਮਤਲਬ ਕਿ ਉਹ ਕਰਮਕਾਂਡ ਜਿਹਾ ਕਰਦੇ ਹੁੰਦੇ ਆ ਵੀ ਉਹ ਕਿੱਲ ਮਾਰ ਦੇਣੇ, ਵੀ ਕਹਿ ਦੇਣੇ ਇਹਦੀ ਜਾਨ ਕੀਲੀ ਗਈ, ਵੀ ਹੁਣ ਚੜੇਲ ਨਾ ਬਣ ਜੇ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਭਾਈ ਇੱਦਾਂ ਨਹੀਂ ਹੁੰਦਾ, ਤੁਸੀਂ ਨਾ ਇੱਦਾਂ ਕਰਿਆ ਕਰੋ ਕਿ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਮੰਤਰ ਜਿਹੜਾ ਹੈ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਨਾ ਉਹ ਪਾਣੀ ਦੇ ਨਾਲ ਇਸ਼ਨਾਨ ਕਰਵਾ ਦਿਓ ਤੇ ਆਖਰੀ ਇਸ਼ਨਾਨ ਜਿਹੜਾ ਹੁੰਦਾ ਉਹ ਬਾਣੀ ਪੜ੍ਹ ਕੇ ਕਰਵਾਓ, ਫਿਰ ਉਹ ਚੜੇਲ ਨਹੀਂ ਬਣੂਗੀ। ਭਰਮ ਨਾ ਰੱਖੋ, ਮਹਾਰਾਜ ਜੀ ਕਹਿੰਦੇ ਕਿਸੇ ਤਰ੍ਹਾਂ ਦਾ ਵੀ ਭਰਮ ਨਾ ਰੱਖੋ, ਬਾਣੀ ਤੇ ਯਕੀਨ ਰੱਖੋ, ਸ਼ਰਧਾ ਰੱਖੋ, ਭਰੋਸਾ ਰੱਖੋ। ਜਿਹੜਾ ਬਾਣੀ ਨਹੀਂ ਪੜ੍ਹਦਾ ਉਹ ਤਾਂ ਆਪ ਹੀ ਭੂਤ ਪ੍ਰੇਤ ਆ, ਜਿਹੜੀ ਬਾਣੀ ਨਹੀਂ ਪੜ੍ਹਦੀ ਉਹ ਤਾਂ ਆਪ ਚੜੇਲ ਆ, ਉਹਨੂੰ ਚੜੇਲ ਨੇ ਕੀ ਚਿੰਬੜਨਾ। ਇਸ ਕਰਕੇ ਭਰੋਸਾ ਰੱਖੋ ਭਾਈ, ਸ਼ਰਧਾ ਰੱਖੋ। ਗੁਰੂ ਮਹਾਰਾਜ ਕਹਿੰਦੇ ਬਾਣੀ ਪੜ੍ਹੋ, ਆਖਰੀ ਇਸ਼ਨਾਨ ਕਰਾ ਰਹੇ ਹੋ ਕਿਸੇ ਮ੍ਰਿਤਕ ਸਰੀਰ ਨੂੰ, ਬਾਣੀ ਪੜ੍ਹਦੇ ਪੜ੍ਹਦੇ ਕਰਵਾਓ। ਆਪਣੇ ਲੋਕ ਗੱਲਾਂ ਕਰੀ ਜਾਂਦੇ ਹੁੰਦੇ ਆ, ਲੋਕ ਤਾਂ ਇਦਾਂ ਹੋਏ ਪਏ ਆ ਚਿਖਾ ਚਿਣਦੇ ਵੀ ਗੱਲਾਂ ਮਾਰੀ ਜਾਣਗੇ, ਉਦੋਂ ਆਏ ਨਹੀਂ ਵੀ ਨਾਲ ਬਾਣੀ ਪੜ੍ਹਨਗੇ। ਮੈਂ ਖੁਦ ਦੇਖਿਆ ਸ਼ਮਸ਼ਾਨ ਘਾਟ ਕਾਫੀ ਵਾਰ ਗਏ ਆ, ਆਖਰੀ ਸਰੀਰਾਂ ਦੇ ਦਰਸ਼ਨ ਵੀ ਕੀਤੇ ਆ, ਪਰ ਲੋਕ ਜਿਹੜੇ ਆ ਭਾਈ ਨਾ ਤਾਂ ਅਰਦਾਸ ਵਿੱਚ ਚੁੱਪ ਹੁੰਦੇ ਆ, ਨਾ ਕੀਰਤਨ ਸੋਹਿਲੇ ਵਿੱਚ ਜਿਹੜਾ, ਨਾਲੇ ਉਦੋਂ ਵੇਖੋ ਕੋਈ ਮਰ ਰਿਹਾ, ਕਿਸੇ ਦਾ ਸੰਸਕਾਰ ਹੋ ਰਿਹਾ, ਲੋਕ ਜਿਹੜੇ ਆ ਉਦੋਂ ਵੀ ਚੁੱਪ ਨਹੀਂ ਕਰਦੇ। ਕਮਾਲ ਦੀ ਗੱਲ ਹੋ ਗਈ, ਉੱਥੇ ਸ਼ਮਸ਼ਾਨ ਘਾਟ ਬੈਠ ਕੇ ਵੀ ਨਿੰਦਿਆ ਚੁਗਲੀ ਵਿੱਚ ਲੱਗੇ ਹੋਏ ਆ। ਹੱਦ ਹੋਈ ਪਈ ਆ ਜੀ। ਇਹ ਤਾਂ ਕਹਿਣਾ ਪਊਗਾ ਵੀ ਇਹ ਤਾਂ ਇਹਨਾਂ ਨੂੰ ਮੌਤ ਹੀ ਨਹੀਂ ਯਾਦ, ਪਹਿਲਾਂ ਮਰਨ ਕਬੂਲ। ਮਹਾਰਾਜ ਨੇ ਆਖਿਆ ਸੀ ਜੀਵਨ ਕੀ ਛੱਡ ਆਸ, ਉਹ ਸਭਨ ਕੀ ਰੇਣਕਾ ਤੋਂ ਆਊ ਹਮਾਰੇ ਪਾਸ। ਪਹਿਲਾਂ ਮੌਤ ਨੂੰ ਕਬੂਲ ਕਰ ਬੰਦੇ, ਫਿਰ ਤੈਨੂੰ ਯਕੀਨ ਹੋਵੇਗਾ, ਫਿਰ ਤੈਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਗੁਰੂ ਦਾ ਸਿੱਖ ਆ, ਮੌਤ ਨੂੰ ਕਬੂਲ ਕਰ। ਪਰ ਨਾ ਜੀ, ਮੌਤ ਨੂੰ ਕਬੂਲ ਨਹੀਂ ਕਰਦੇ। ਇਹ ਫਿਰ ਆਪਾਂ 100 ਸਾਖੀ 'ਚ ਕਹਿੰਦੇ ਵੀ ਇਹ ਤਾਂ ਜੀ ਅਸੀਂ ਨਹੀਂ ਮੰਨਦੇ ਇਹਨਾਂ ਗ੍ਰੰਥਾਂ ਨੂੰ। ਗੁਰਮੁਖ ਪਿਆਰਿਓ, ਇਤਿਹਾਸਕ ਸਰੋਤਾਂ ਨੂੰ ਸਾਰਿਆਂ ਨੂੰ ਛੱਡ ਵੀ ਨਹੀਂ ਸਕਦੇ। ਹੰਸ ਬਣ ਕੇ ਪੜ੍ਹਨ ਵਾਲੇ ਗ੍ਰੰਥਾਂ ਮੋਤੀ ਚੁਗਣੇ ਪੈਂਦੇ ਆ। ਫਿਰ ਸਿੱਖਾਂ ਨੇ ਫਿਰ ਬੇਨਤੀ ਕੀਤੀ ਮਹਾਰਾਜ ਨੂੰ ਇੱਕ ਹੋਰ, ਕਿਉਂਕਿ ਇਹ 100 ਸਾਖੀ ਦੇ ਵਿੱਚ ਗੁਰੂ ਸਾਹਿਬ ਦੇ ਸਵਾਲ ਜਵਾਬ ਹੀ ਹੈ ਸਿੱਖਾਂ ਦੇ ਨਾਲ। ਕਹਿੰਦੇ ਮਹਾਰਾਜ ਕੁਝ ਜਿਹੜੇ ਹਿੰਦੂ ਆ ਮੁਸਲਮਾਨ ਪੀਰਾਂ ਦੀਆਂ ਕਬਰਾਂ ਨੂੰ ਮੰਨਦੇ ਆ, ਤੇ ਮਹਾਰਾਜ
ਸਿੱਖ ਵੀ ਕਈ ਮੰਨੀ ਜਾਂਦੇ ਆ। ਗੁਰੂ ਸਾਹਿਬ ਜੀ ਕਹਿੰਦੇ ਸਿੱਖੋ ਗੁਰੂ ਨਾਨਕ ਦੇਵ ਜੀ ਤੋਂ ਮੰਗੋ ਜੇ ਮੰਗਣਾ, ਕਬਰਾਂ ਤੇ ਭੁੱਲ ਕੇ ਵੀ ਨਹੀਂ ਜਾਣਾ। ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਮਨੋਰਥ ਪੂਰੇ ਕਰਨਗੇ। ਨਾਲੇ ਬੰਦਾ ਸਿੱਖ ਧਰਮ ਵਿੱਚ ਪਰਪੱਕ ਰਹੂਗਾ। ਸਤਿਕਾਰ ਕਰੋ ਦੂਜੇ ਧਰਮਾਂ ਦਾ, ਪਰਪੱਕ ਰਹੋ। ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨਣਗੇ, ਨਾ ਹੁੱਕਾ ਪੀਣਗੇ, ਨਾ ਕੁੱਠਾ ਖਾਣਗੇ, ਮਾਸ ਖਾਣਗੇ, ਉਹ ਗੁਰੂ ਜੀ ਮਹਾਰਾਜ ਜੀ ਕਹਿੰਦੇ ਵੀ ਰੱਬ ਜੀ ਉਹਨਾਂ ਦਾ ਕਲਿਆਣ ਕਰਨਗੇ। ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੜੀ ਮਾਰ, ਕੁੜੀ ਮਾਰ, ਮੀਣੀਏ, ਇਹਨਾਂ ਦੇ ਨਾਲ ਆਪਾਂ ਸਾਂਝ ਨਹੀਂ ਰੱਖਣੀ, ਰਾਮ ਰਹੀਏ। ਇਹਨਾਂ ਦੇ ਨਾਲ ਭਾਈ ਸਾਡਾ ਕੋਈ ਨਾਤਾ ਨਹੀਂ, ਬੱਜਲ ਕਰਹਿਤ ਨਹੀਂ ਕਰਨੀ। ਤੇ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗੋ। ਕਿਆ ਨਾਹੀਂ ਘਰ ਤੇਰੇ ਸਾਚੇ ਸਾਹਿਬਾ, ਉਹਦੇ ਘਰੇ ਸਾਰੀਆਂ ਦਾਤਾਂ ਹੀ ਆ ਭਾਈ, ਉਹ ਤੋਂ ਮੰਗ ਲਿਆ ਕਰੋ। ਤਾਂ ਇਹ ਚੀਜ਼ਾਂ ਫਿਰ ਸਾਰੀਆਂ ਅੱਜ ਹੁੰਦੀਆਂ ਸਮਾਜ ਵਿੱਚ। ਲੋਕ ਸਿੱਖ ਗਾਤਰੇ ਪਾ ਕੇ ਹੋਰਾਂ ਦੇਵੀ ਦੇਵਤਿਆਂ ਨੂੰ ਮੰਨੀ ਜਾਂਦੇ ਆ। ਕੀ ਬੰਦਾ ਕਰੂਗਾ ਇਹਨਾਂ ਨੂੰ, ਕੀ ਕਹੂਗਾ ਬੰਦਾ ਇਹਨਾਂ ਨੂੰ। ਤਾਂ ਆਪਣੇ ਧਰਮ ਦੇ ਵਿੱਚ ਲੋਕ ਪਰਪੱਕ ਨਹੀਂ ਹੈਗੇ, ਇਹਨਾਂ ਦੀ ਬੰਦਗੀ ਹੈ ਨਹੀਂ, ਤਾਂ ਹੀ ਇਹਨਾਂ ਨੂੰ ਨਰਕ ਸਵਰਗ ਤੋਂ ਡਰ ਲੱਗਦਾ। ਇਹ ਪਤਾ ਕੀ ਸੋਚਦੇ ਆ, ਕਹਿੰਦੇ ਜੇ ਪਹਿਲਾਂ ਤਾਂ ਕਹਿੰਦੇ ਤੇ ਉੱਪਰੋਂ ਵੀ ਹੈ ਨਹੀਂ, ਕੁਝ ਹੈ ਨਹੀਂ, ਇੱਥੇ ਹੀ ਬੰਦਾ ਭੋਗ ਜਾਂਦਾ। ਇੱਥੇ ਤਾਂ ਆਪਾਂ ਨੂੰ ਦਿਖਦਾ ਹੀ ਆ, ਭੋਗਦਾ ਹੀ ਆ। ਤੇ ਗਾਂ ਜਿਹੜਾ ਗਾਂ ਹੋਣਾ, ਤੇ ਇਹ ਇੰਨੇ ਜਿਹੜੇ ਆਸੇ ਪਾਸੇ ਜੂਨਾਂ ਫਿਰਦੀਆਂ, ਇਹ ਐਵੇਂ ਥੋੜ੍ਹੀ ਫਿਰਦੀਆਂ, ਚਿੜੀਆਂ ਚੀਂ ਕਰੀ ਜਾਂਦੀਆਂ, ਕੁੱਤੇ ਜਿਹੜੇ ਭੌਂਕੀ ਜਾ ਰਹੇ ਆ, ਇਹ ਸੱਪ ਹੀ ਕਿੰਨੀ ਕਿਸਮ ਦੇ ਆ, ਪਾਣੀ ਵਿੱਚ ਰਹਿਣ ਵਾਲੇ, ਆਕਾਸ਼ 'ਚ ਉੱਡਣ ਵਾਲੇ ਜੀਵ, ਕੀ ਕੁਝ ਆ। ਇਹ ਐਵੇਂ ਥੋੜ੍ਹੀ ਬਣ ਗਿਆ, ਕਰਮਾਂ ਦੀ ਸਜ਼ਾ ਹੀ ਆ ਇਹ। ਹੋਰ ਚੱਕਰ ਕਿਹੜਾ ਚੱਲਦਾ ਇਹ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ। ਮਹਾਰਾਜ ਦੀ ਬਾਣੀ ਤਾਂ ਕਹਿੰਦੀ ਸਜ਼ਾ ਹੀ ਆ, ਜੰਮਣਾ ਮਰ ਜਾਣਾ, ਫਿਰ ਜੰਮਣਾ ਫਿਰ ਮਰ ਜਾਣਾ। ਕਿਉਂਕਿ ਜਨਮ ਵਿੱਚੋਂ ਹੀ ਦੁੱਖ ਮਿਲਦੇ ਆ ਬੰਦੇ ਨੂੰ, ਗੋਡੇ ਦੁਖਦੇ ਆ, ਰੋਗ ਲੱਗਦਾ। ਜਨਮ ਹੋਇਆ ਤਾਂ ਹੀ ਆ, ਦਿਲ ਟੁੱਟ ਗਿਆ, ਆਪਾਂ ਕਹਿੰਦੇ ਮੇਰੀ ਆਸ ਨਹੀਂ ਪੂਰੀ ਹੋਈ, ਮੇਰੇ ਸੁਪਨੇ ਨਹੀਂ ਪੂਰੇ ਹੋਏ। ਤਾਂ ਇਹ ਕਤਲ ਦਾ ਕੇਸ ਹੋ ਗਿਆ, ਪਰਚਾ ਦਰਜ ਹੋ ਗਿਆ, ਜੇਲ੍ਹ 'ਚ ਸਜ਼ਾ ਕੱਟਣੀ ਪਈ। ਜਨਮ ਸੀਗਾ ਤੇ ਤਾਂ ਹੀ ਹੋਇਆ ਨਾ, ਜਨਮ ਹੀ ਵੱਡੀ ਸਜ਼ਾ। ਗੁਰਮੁਖ ਪਿਆਰਿਓ, ਇੰਨੀ ਬੰਦਗੀ ਕਰ ਲੋ ਕਿ ਜਨਮ ਹੀ ਨਾ ਹੋਵੇ ਤੁਹਾਡਾ। ਇੰਨਾ ਨਾਮ ਜਪ ਲੋ, ਦੁਬਾਰਾ ਆਉਣਾ ਹੀ ਨਾ ਪਵੇ। ਸੰਸਾਰ ਤੇ ਜਨਮ ਲੈਣਾ ਤਾਂ ਦੁੱਖ ਹੀ ਭੋਗਣਾ ਵਾ। ਅਵਤਾਰ ਆਉਂਦੇ ਆ, ਅਵਤਾਰੀ ਪੁਰਸ਼ ਜਿਹੜੇ ਆ ਕੇ ਫਿਰ ਕਿਸ ਤਰ੍ਹਾਂ ਕਰਦੇ ਆ ਸਾਰੀਆਂ ਚੀਜ਼ਾਂ। ਇਹ ਬਹੁਤ ਕਿਰਪਾ ਹੋ ਜਾਂਦੀ ਗੁਰੂ ਦੀ। ਉਹ ਆਉਂਦੇ ਆ ਜਿਵੇਂ ਜੇਲ੍ਹ ਵਿੱਚ ਕੈਦੀ ਵੀ ਆ ਤੇ ਜੇਲਰ ਵੀ ਆ। ਜੇਲਰ ਆਉਂਦੇ ਆ ਜੇਲ੍ਹ ਵਿੱਚ, ਪਰ ਉਹ ਕੈਦ ਨਹੀਂ ਹੁੰਦੇ। ਗੁਰਮੁਖ ਪਿਆਰਿਓ, ਮਰਜ਼ੀ ਨਾਲ ਆਉਂਦੇ, ਮਰਜ਼ੀ ਨਾਲ ਜਾਂਦੇ ਆ। ਕੈਦੀ ਨੂੰ ਜੱਜ ਸਜ਼ਾ ਦਿੰਦਾ, ਜੱਜ ਹੀ ਫਿਰ ਉਹਨੂੰ ਰਿਹਾ ਕਰਦਾ। ਜੱਜ ਦੇ ਹੱਥ ਹੁੰਦਾ, ਹੁਕਮ ਦੇ ਅੰਦਰ ਉਹ ਵਰਤਦੇ। ਪਰ ਜੇਲਰ ਮਰਜ਼ੀ ਨਾਲ ਆਉਂਦੇ, ਮਰਜ਼ੀ ਨਾਲ ਜਾਂਦੇ ਆ। ਤਾਂ ਇਹ ਅਵਤਾਰਾਂ ਦਾ ਆਉਣਾ ਇਸ ਤਰ੍ਹਾਂ ਹੁੰਦਾ। ਆ ਹੁਣ ਜਿਹੜੀ ਨਰਕ ਸਵਰਗ ਦੀ ਗੱਲ ਆ, ਜੰਨਤ ਦੀ ਗੱਲ ਆ, ਇਹ ਹਜ਼ਰਤ ਮੁਹੰਮਦ ਸਾਹਿਬ ਵੀ, ਕੁਝ ਇਸਲਾਮੀ ਸ਼ਰ੍ਹਾ ਵੀ ਇਹਨੂੰ ਮੰਨਦੀ ਆ ਵੀ ਹਾਂ, ਕਬਰਾਂ ਵਿੱਚੋਂ ਰੂਹਾਂ ਇੱਕ ਦਿਨ ਉੱਠ ਖੜਨਗੀਆਂ। ਜਿਨ੍ਹਾਂ ਦੀ ਗਵਾਹੀ ਹਜ਼ਰਤ ਮੁਹੰਮਦ ਸਾਹਿਬ ਭਰਨਗੇ ਉਹ ਬਖਸ਼ੇ ਜਾਣਗੇ। ਬਾਕੀ ਲੋਕ ਜਿਹੜੇ ਆ ਤੇ ਨਰ ਦੋਜਕ ਜਾਹੇਂਗੇ, ਸਤ ਭਾਖੈ ਰਵਿਦਾਸ। ਜਿਵੇਂ ਕਿ ਭਗਤ ਜੀ ਵੀ ਇਹ ਗੱਲਾਂ ਨੂੰ ਕਹਿੰਦੇ ਆ ਨਾ, ਵੀ ਉਹ ਨਰਕਾਂ ਵਿੱਚ ਪੈ ਜਾਣਗੇ ਜਾ ਕੇ, ਜਿਨ੍ਹਾਂ ਦੀ ਗਵਾਹੀ ਪੈਗੰਬਰ ਜੀ ਨਹੀਂ ਭਰਨਗੇ। ਤਾਂ ਆਪਣੇ ਆਪ ਨੂੰ ਸਵਾਰ ਬੰਦਿਆ, ਆਪਣੇ ਆਪ ਨੂੰ ਘੜ ਬੰਦਿਆ। ਮੰਨੈ ਸੁਰਤ ਹੋਵੇ ਮਨ ਬੁੱਧ, ਸੁਰਤ ਜਿਹੜੀ ਉਹਨੂੰ ਘੜ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁੱਧ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਘੜਨਾ ਬੜਾ ਜ਼ਰੂਰੀ ਆ। ਫਿਰ ਗੁਰੂ ਸਾਹਿਬ ਜੀ ਨੂੰ ਆਏ ਹੋਏ ਸਿੱਖਾਂ ਨੇ ਕਿਹਾ, ਮਹਾਰਾਜ ਸਾਨੂੰ ਕੀ ਭਗਤਾਂ ਦਾ ਹੀ ਬਚਨ ਸੁਣਾ ਦਿਓ ਜੀ, ਭਗਤਾਂ ਦੇ ਬਚਨ ਹੀ ਮਹਾਰਾਜ ਸੁਣਾ ਦਿਓ, ਕਿਰਪਾ ਕਰ ਦਿਓ। ਉਦੋਂ ਫਿਰ ਗੁਰੂ ਸਾਹਿਬ ਜੀ ਨੇ ਬਹੁਤ ਸੁੰਦਰ ਬਚਨ ਮਹਾਰਾਜ ਨੇ ਕੀਤੇ। ਇਹ ਆਪ ਜੀ ਵੀ ਸਰਵਣ ਕਰੋ, ਕਿਉਂਕਿ ਕੀ ਪਤਾ ਕਿਹੜੀ ਬਾਣੀ ਦੀ ਪੰਕਤੀ ਨੇ ਭਾਈ ਸਾਡਾ ਜਿਹੜਾ ਹੈ ਨਾ, ਤੇ ਉਹ ਦਿਮਾਗ ਤੇ ਉਹਦੇ ਵਿੱਚ ਇੰਨੀ ਬੰਦਗੀ ਭਰ ਦੇਣੀ ਆ ਹਿਰਦੇ ਵਿੱਚ ਵੀ ਸਾਡੀ ਜ਼ਿੰਦਗੀ ਬਦਲ ਜੇ। ਤਾਂ ਭਗਤ ਜੀ ਦੇ ਇੱਕ ਬਚਨ ਆ, ਭਗਤ ਕਬੀਰ ਜੀ ਦਾ, ਗੌੜੀ ਰਾਗ ਵਿੱਚ ਆ, 10ਵੇਂ ਪਾਤਸ਼ਾਹ ਜੀ ਨੇ ਸੁਣਾਇਆ। ਫਿਰ ਕਹਿੰਦੇ ਦੇਖੋ ਭਾਈ ਭਗਤ ਕਬੀਰ ਜੀ ਕੀ ਕਹਿੰਦੇ ਆ, ਨਗਨ ਫਿਰਤ ਜਿਉ ਪਾਈਏ ਜੋਗ, ਜੇ ਨੰਗੇ ਰਹਿਣ ਨਾਲ ਰੱਬ ਮਿਲਦਾ ਹੋਵੇ। ਮਹਾਰਾਜ ਕਹਿੰਦੇ ਸੁਣਿਓ ਭਾਈ, ਸਾਰਿਆਂ ਵਾਸਤੇ ਉਪਦੇਸ਼ ਆ ਇਹ, ਗੌਰ ਨਾਲ ਸੁਣਿਓ। ਨਗਨ ਫਿਰਤ ਜੋ ਪਾਈਏ ਜੋਗ, ਜੇ ਨੰਗੇ ਫਿਰਨ ਨਾਲ ਰੱਬ ਮਿਲਦਾ ਹੋਵੇ ਤੇ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ, ਕਿਉਂਕਿ ਨੰਗੇ ਘੁੰਮਦੇ ਆ। ਬਨਕਾ ਮਿਰਗ ਮੁਕਤ ਸਭ ਹੋਗ। ਇਹ ਕਬੀਰ ਜੀ ਦੀ ਬਾਣੀ ਹੈ, ਜੇ ਤੁਸੀਂ ਪੜ੍ਹਨੀ ਆ ਨਾ 324 ਅੰਗ ਤੇ ਪੋਥੀ ਸਾਹਿਬ ਦਾ ਪ੍ਰਕਾਸ਼ ਕਰਿਓ, ਘਰ ਵਿੱਚ ਉੱਥੇ ਜਾ ਕੇ ਪੜ੍ਹਿਓ
ਕਿਉਂਕਿ ਆਪ ਪੜ੍ਹੋਗੇ ਯਕੀਨ ਆਊਗਾ। ਮੇਰੀ ਗੱਲ ਤੇ ਹੋ ਸਕਦਾ ਤੁਹਾਨੂੰ ਯਕੀਨ ਨਾ ਆਵੇ, ਤੁਸੀਂ ਕਹਿਣਾ ਆਪਦੇ ਕੋਲੋਂ ਹੀ ਕਹੀ ਜਾਂਦਾ। ਤਾਂ ਰਹੋ ਵਿਚਾਰ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਬਨ ਕਾ ਮਿਰਗ ਮੁਕਤ ਸਭ ਹੋਗ ਭਾਈ। ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ। ਕਿਆ ਨਾਗੇ ਕਿਆ ਵਾਧੇ ਚਾਂ। ਕੀ ਹੋਇਆ ਜੇਕਰ ਬੰਦਾ ਨੰਗਾ ਫਿਰਦਾ ਜਾਂ ਹਿਰਨ ਦੀ ਖੱਲ ਪਾਉਂਦਾ? ਭਾਵ ਕਿ ਚਮੜਾ ਜਿਹੜਾ ਮਹਾਰਾਜ ਵੱਲੋਂ ਦਿੱਤਾ ਹੋਇਆ ਚਮੜੀ, ਇਹ ਜੇ ਢੱਕ ਲਈ, ਬਸਤਰ ਪਾਲੇ ਤੇ ਬਸਤਰ ਨਹੀਂ ਪਾਏ, ਕੀ ਹੋ ਗਿਆ? ਜਬ ਨਹੀਂ ਚੀਨ ਸਾਤਮ ਰਾਮ। ਜਦੋਂ ਤੱਕ ਤੂੰ ਪਰਮਾਤਮਾ ਨੂੰ ਪਛਾਣਦਾ ਹੀ ਨਹੀਂ। ਜਿਹੜੇ ਪਸ਼ੂ ਆ ਉਹਨਾਂ ਦੇ ਕੱਪੜੇ ਨਹੀਂ ਪਾਏ, ਭਾਵ ਕੀ ਉਹ ਨੰਗੇ ਆ, ਪਰ ਉਹਨਾਂ ਨੂੰ ਰੱਬ ਦਾ ਗਿਆਨ ਨਹੀਂ, ਉਹ ਨੰਗਿਆਂ ਦਾ ਕੋਈ ਫਾਇਦਾ ਨਹੀਂ। ਬੰਦੇ ਨੇ ਕੱਪੜੇ ਪਾਲੇ, ਬੰਦੇ ਨੂੰ ਰੱਬੀ ਗਿਆਨ ਨਹੀਂ, ਬੰਦੇ ਦੇ ਕੱਪੜੇ ਪਾਏ ਦਾ ਕੋਈ ਫਾਇਦਾ ਨਹੀਂ। ਇਸ ਤਰ੍ਹਾਂ ਇਹਦੇ ਅਰਥ ਹੁੰਦੇ ਆ। ਪਸ਼ੂ ਮਨੁੱਖ ਇੱਕੋ ਬਰਾਬਰ ਹੀ ਹੋ ਗਏ। ਗੁਰਮੁਖ ਪਿਆਰਿਓ, ਜਬ ਨਹੀਂ ਚੀਨ ਸਾਤਮ ਰਾਮ। ਮੂੰਡ ਮਡਾਏ ਜੌਂ ਸਿੱਧ ਭਾਈ। ਜੇਕਰ ਸਿਰ ਮੂੰਹ ਮਨਾਇਆ ਸਿੱਧੀ ਮਿਲ ਸਕਦੀ ਹੋਵੇ, ਕਈ ਮੂੰਹ ਮਨਾ ਲੈਂਦੇ ਸੀਗੇ। ਮੁਕਤੀ ਭੇਡ ਨਾ ਗਈਆ ਕਾਈ। ਮਹਾਰਾਜ ਕਹਿੰਦੇ ਜਿਹੜੀ ਭੇਡ ਹੁੰਦੀ ਆ ਉਹਦਾ ਕਲਿਆਣ ਫਿਰ ਵੱਧ ਸਭ ਤੋਂ ਪਹਿਲਾਂ ਹੋਵੇ। ਉਹ ਮੁੰਨੀਆਂ ਜਾਂਦੀਆਂ ਨਾ, ਭੇਡਾਂ ਮੁੰਨੀਆਂ ਜਾਂਦੀਆਂ। ਹੁਣ ਇਸ ਤਰ੍ਹਾਂ ਵੀ ਕਹਿਣ ਲੱਗੇ, ਕਹਿੰਦੇ ਭੇਡਾਂ ਮੁੰਨੀਆਂ ਤਾਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ। ਭੇਡਾਂ ਜਿਹੜੀ ਇੱਕ ਭੇਡ ਦੇ ਦੂਜੇ ਭੇਡ ਤੀਜੀ ਭੇਡ ਉਹਦੇ ਪਿੱਛੇ ਚੱਲਦੀ ਆ ਨਾ, ਤੇ ਮੈਂ ਤਾਂ ਕਹੂੰਗਾ ਭੇਡਾਂ ਵਿੱਚ ਵੀ ਇੱਕ ਭੇਡ ਸਿਆਣੀ ਆ ਜਿਹੜੀ ਸਭ ਤੋਂ ਅੱਗੇ ਹੁੰਦੀ ਆ। ਉਹ ਤਾਂ ਨਹੀਂ ਨਾ ਕਿਸੇ ਪਿੱਛੇ ਚੱਲਦੀ। ਬੰਦਾ ਇਹਨਾਂ ਮੂਰਖ ਆਪਦੇ ਗੁਰੂ ਨੂੰ ਛੱਡ ਕੇ ਕਿਤੇ ਹੋਰ ਹੀ ਤੁਰਿਆ ਫਿਰਦਾ। ਮੁਕਤੀ ਭੇਡ ਨਾ ਗਈਆ ਕਾਈ। ਬਿੰਦ ਰਾਖ ਜੋ ਤਰੀਏ ਭਾਈ। ਖੁਸਰੈ ਕਿਉਂ ਨਾ ਪਰਮ ਗਤ ਪਾਈ। ਇਹ ਭਾਈ ਜੇ ਬਾਲ ਜਤੀ ਰਿਆਂ ਵੀ ਜੱਤ ਨਾਲ ਬੰਦਾ ਪਾਰ ਹੋ ਜਾਂਦਾ ਹੋਵੇ, ਖੁਸਰੈ ਕਿਉਂ ਨਾ ਪਰਮ ਗਤ ਪਾਈ। ਜਿਹੜੇ ਖੁਸਰੇ ਹੁੰਦੇ ਆ, ਨਪੁੰਸਕ ਹੁੰਦੇ ਆ, ਉਹਨਾਂ ਨੂੰ ਗਤੀ ਮਿਲਣੀ ਚਾਹੀਦੀ ਸੀ। ਵੀ ਖੁਸਰੇ ਨੂੰ ਕਿਉਂ ਨਹੀਂ ਮੁਕਤੀ ਮਿਲ ਜਾਂਦੀ? ਹੀਜੜੇ ਜਿਨ੍ਹਾਂ ਨੂੰ ਕਹਿੰਦੇ ਆ, ਵੀ ਉਹ ਮਹਾਨ ਮਰਤਬਾ ਕਿਉਂ ਨਹੀਂ ਪਾ ਲੈਂਦੇ? ਕਹੋ ਕਬੀਰ ਸੁਣੋ ਨਰ ਭਾਈ। ਭਗਤ ਕਬੀਰ ਜੀ ਕਹਿੰਦੇ ਆ, ਭਰਾਵੋ ਸੁਣੋ, ਰਾਮ ਨਾਮ ਬਿਨ ਕਿਨ ਗਤ ਪਾਈ। ਰੱਬ ਦੇ ਨਾਮ ਤੋਂ ਬਿਨਾਂ ਕਦੇ ਵੀ ਕਿਸੇ ਨੂੰ ਮੁਕਤੀ ਨਹੀਂ ਮਿਲਦੀ। ਚਾਹੇ ਸ਼ਬਦ ਦਾ ਭਾਵ ਕੀ ਆ? ਨੰਗੇ ਰਹਿ ਕੇ ਜੰਗਲਾਂ ਵਿੱਚ ਭਾਉਣਾ, ਸਿਰ ਮੂੰਹ ਮਨਾ ਕੇ ਕਹਿਣਾ ਮੈਂ ਫੱਕਰ ਹੋ ਗਿਆ, ਬਾਲ ਜਤੀ ਬਣੇ ਰਹਿਣਾ ਤੇ ਕਹਿਣਾ ਵੀ ਮੈਂ ਠੀਕ ਆ। ਨਹੀਂ, ਰੱਬ ਦੇ ਨਾਮ ਤੋਂ ਬਿਨਾਂ ਬੰਦੇ ਦਾ ਬੇੜਾ ਪਾਰ ਨਹੀਂ ਜੀ ਹੋ ਸਕਦਾ। ਇਹ ਮਹਾਰਾਜ ਜੀ ਦੇ ਬਚਨ ਬੜੇ ਸੁੰਦਰ ਹੋ ਗਏ। ਨਾ ਸਿੱਖਾਂ ਨੇ ਮਹਾਰਾਜ ਨੂੰ ਮੱਥਾ ਹੀ ਟੇਕਿਆ, ਗਲ ਵਿੱਚ ਪੱਲੂ ਪਾ ਕੇ ਕਹਿੰਦੇ ਮਹਾਰਾਜ ਧੰਨ ਹੋ, ਧੰਨ ਹੋ, ਧੰਨ ਹੋ ਆਪ। ਨਿਹਾਲ 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 ਕਰ ਦਿੱਤਾ। ਤਾਂ ਅੱਜ ਅਸੀਂ ਇਹ 100 ਸਾਖੀ ਨੂੰ ਕਈ ਲੋਕ ਨਿੰਦਣ ਤੇ ਲੱਗੇ ਹੋਏ ਆ, ਕਹਿੰਦੇ ਜੀ ਨਹੀਂ ਇਹ ਸਾਡਾ ਗ੍ਰੰਥ ਨਹੀਂ। ਹੁਣ ਤੁਸੀਂ ਆਪ ਪੜ੍ਹ ਕੇ ਫੈਸਲਾ ਕਰ ਲੈਣਾ ਵੀ ਇਹਦੇ ਵਿੱਚੋਂ ਸਿੱਖਣ ਨੂੰ ਕੀ ਮਿਲਿਆ, ਕੀ ਮਾੜੀ ਗੱਲ ਇਹਦੇ ਵਿੱਚ ਕਹਿ ਦਿੱਤੀ ਤੇ ਕਿੰਨੀਆਂ ਚੰਗੀਆਂ ਗੱਲਾਂ ਮਹਾਰਾਜ ਨੇ ਦੱਸ ਦਿੱਤੀਆਂ। ਜੀਵਨ ਬਦਲ ਸਕਦਾ। ਵਿਸ਼ਵਾਸ ਕਰੋ, ਗੁਰੂ ਤੇ ਭਰੋਸਾ ਰੱਖੋ। ਅੱਜ ਦੇ ਦੀਵਾਨ ਵਿੱਚ ਮੈਂ ਇਤਨੀਆਂ ਹੀ ਬੇਨਤੀਆਂ ਆਪ ਜੀ ਨੂੰ ਕਰਨੀਆਂ ਸੀ। ਤੇ ਨਰਕ ਸਵਰਗ ਇਹ ਜਿਹੜੇ ਆ, ਜੇ ਤੁਸੀਂ ਬੰਦਗੀ ਕਰਦੇ ਹੋ ਤੁਹਾਨੂੰ ਨਰਕ ਦਾ ਕੀ ਡਰ? ਨਰਕ ਦਾ ਕੀ ਡਰ? ਜੇ ਤੁਸੀਂ ਬੰਦਗੀ ਕਰਦੇ ਹੋ ਸਵਰਗ ਦੀ ਕੀ ਲਾਲਸਾ? ਮਹਾਰਾਜ ਨੇ ਤੁਹਾਨੂੰ ਸੱਚਖੰਡ ਦੇਣਾ, ਜਿੱਥੇ ਜਨਮ ਮਰਨ ਦੋਹੂ ਮੈਂ ਨਾਹੀ। ਇਹ ਅਵਸਥਾ ਤੋਂ ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਭਗਤ ਪੂਰਨ ਸਿੰਘ ਜੀ ਤੋਂ ਇਹ ਚੀਜ਼ਾਂ ਸਿੱਖ ਲੈਣੀਆਂ ਚਾਹੀਦੀਆਂ। ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਸਰਬੱਤ ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿਹੜੀਆਂ ਵਸ ਰਹੀਆਂ, ਉਹਨਾਂ ਨੂੰ ਮਹਾਰਾਜ ਸਬਰ ਦੀ ਦਾਤ ਬਖਸ਼ਿਸ਼ ਕਰਨ। ਕਿਉਂਕਿ ਬਾਹਰਲੇ ਦੇਸ਼ਾਂ 'ਚ ਜਾ ਕੇ ਮਾਇਆ ਦੀ ਦੌੜ ਥੋੜ੍ਹੀ ਵੱਧ ਲੱਗ ਜਾਂਦੀ ਆ। ਆਪ ਮੁਹਾਰੇ ਲੋਕ ਹੋ ਜਾਂਦੇ ਆ, ਬਾਣੀ ਨਾਲੋਂ ਟੁੱਟ ਜਾਂਦੇ ਆ। ਅਰਦਾਸ ਬੇਨਤੀ ਨਾਲ ਬੰਦਾ ਮੁੜ ਗੁਰੂ ਨਾਲ ਜੁੜ ਸਕਦਾ ਹੈ। ਤਾਂ ਵਿਛੜ ਕੇ ਕਾਲਖੀ ਆਉਂਦੀ ਆ ਗੁਰੂ ਨਾਲੋਂ। ਗੁਰੂ ਮਹਾਰਾਜ ਜੀ ਰਹਿਮਤਾਂ ਕਰਨੀਆਂ। ਸਰਬੱਤ ਸਿੱਖ ਕੌਮ ਦੇ ਸਿਰ ਤੇ, ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।